ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 1 ਮਿਲੀਅਨ ਤੋਂ ਪਾਰ ਹੋਇਆ ਕਰੋਨਾ ਅੰਕੜਾ, ਜਾਣੋ ਕੈਨੇਡਾ ਦੀ ਕਰੋਨਾ ਵਾਇਰਸ ਅਪਡੇਟ। BC ਕਰੋਨਾ ਟੀਕੇ ਦੇ ਲਈ ਆਨਲਾਈਨ ਬੁਕਿੰਗ ਦੀ ਸ਼ੁਰੂਆਤ, 3 ਚੀਜ਼ਾਂ ਪੂਰੀਆਂ ਕਰ ਲਗਵਾ ਸਕੋਗੇ ਟੀਕਾ। ਕੈਨੇਡਾ ਦੇ ਵਿੱਚ ਇੱਕ ਹੋਰ ਮਹਾ ਪੰਚਾਇਤ, ਵੈਸਟ ਵੈਂਕੂਵਰ ਦੇ ਵਿੱਚ ਲੋਕਾਂ ਦਾ ਇਕੱਠ। ਮੈਟਰੋ ਵੈਂਕੂਵਰ ਦੇ ਵਿੱਚ ਟੀਕਾ ਲਗਵਾਉਣ ਵਾਲਿਆਂ ਦੀ ਲਈ ਵੱਡੀ ਪਹਿਲ, ਮੁਫਤ 10 ਬੱਸਾਂ ਦੀ ਕੀਤੀ ਸ਼ੁਰੂਆਤ। ਅਮਰੀਕਾ ਦੇ ਵਿੱਚ ਫਿਰ ਗੋਲੀਬਾਰੀ, ਓਕਲਾਹੋਮਾ ਤੋਂ ਆਇਆ ਮਾਮਲਾ ਸਾਹਮਣੇ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹੁਣ ਤੱਕ ਕੈਨੇਡਾ ਦੇ ਵਿੱਚ 1 ਮਿਲੀਅਨ ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਲਗਾਤਾਰ ਸਿਹਤ ਮਾਹਿਰ ਵੀ ਇਸ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ। ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਰੀਜਨਲ ਹੈਲਥ ਚੀਫ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਵਿੱਚ ਰਹਿਣ। ਇਸ ਦੇ ਨਾਲ ਹੀ ਪੀਲ ਰੀਜਨ ਵੱਲੋਂ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਹਨਾਂ ਸਕੂਲਾਂ ਨੂੰ ਅਪ੍ਰੈਲ 18 ਤੱਕ ਬੰਦ ਰੱਖਿਆ ਜਾਵੇਗਾ, ਜਿੱਥੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ। ਓਨਟਾਰੀਓ ਵੱਲੋਂ ਆਪਣੇ 2 ਦਿਨ ਦੇ ਕਰੋਨਾ ਵਾਇਰਸ ਦੇ ਅੰਕੜੇ ਜਾਰੀ ਕੀਤੇ ਗਏ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇਹਨਾਂ 2 ਦਿਨਾਂ ਦੇ ਵਿੱਚ ਇੱਥੋਂ 5979 ਮਾਮਲੇ ਸਾਹਮਣੇ ਆਏ ਨੇ ਅਤੇ 22 ਮੌਤਾਂ ਦਰਜ ਕੀਤੀਆਂ ਗਈਆਂ। ਓਨਟਾਰੀਓ ਦੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ 942 ਹੈ, ਜਿਨ੍ਹਾਂ ਵਿੱਚੋਂ 494 ਲੋਕ ICU ਦੇ ਵਿੱਚ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 1252 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 4 ਮੌਤਾਂ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ ਕਿਊਬੈਕ ਦੇ ਵਿੱਚ 3,17,364 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 503 ਹੈ, ਜਿਨ੍ਹਾਂ ਵਿੱਚੋਂ 123 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਵੱਲੋਂ ਵੀ 2 ਦਿਨ ਦੇ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ 2 ਦਿਨਾਂ ਦੇ ਅੰਦਰ ਇੱਥੋਂ 135 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ। ਕੈਨੇਡਾ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ, ਜਿਸ ਨੂੰ ਦੇਖਦਿਆਂ ਸਿਹਤ ਮਾਹਿਰ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਘਰੋਂ ਬਾਹਰ ਨਾ ਨਿਕਲਣ ਅਤੇ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਨਿਯਮ ਲਾਗੂ ਕੀਤੇ ਗਏ ਉਹਨਾਂ ਦੀ ਪਾਲਣਾ ਕੀਤੀ ਜਾਵੇ। ਦੱਸ ਦਈਏ ਕਿ ਕੈਨੇਡਾ ਦੇ ਵਿੱਚ 1 ਮਿਲੀਅਨ ਤੋਂ ਪਾਰ ਕਰੋਨਾ ਵਾਇਰਸ ਦੇ ਹੁਣ ਤੱਕ ਦੇ ਮਾਮਲਿਆਂ ਦਾ ਅੰਕੜਾ ਹੋ ਚੁੱਕਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਤੱਕ ਕੈਨੇਡਾ ਤੋਂ 1 ਮਿਲੀਅਨ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਉਧਰ 23,091 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਕੈਨੇਡਾ ਅੰਦਰ 9,27,000 ਦੇ ਕਰੀਬ ਰਿਕਵਰਡ ਕੇਸ ਨੇ, ਜਾਣੀ ਕਿ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਆਮ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਨੇ, ਜਿਸ ਦੀ ਜਾਣਕਾਰੀ ਸਮੇਂ-ਸਮੇਂ ਦੇ ਉੱਪਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ। ਸੋ ਹੁਣ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਅਪਡੇਟ ਸਾਂਝੀ ਕਰਾਂਗੇ ਕਿ ਕਿਹਨਾਂ 3 ਚੀਜ਼ਾਂ ਦੇ ਨਾਲ ਤੁਸੀਂ ਆਪਣੀ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੱਲ ਤੋਂ ਆਨਲਾਈਨ ਤੇ ਟੈਲੀਫੋਨ ਦੇ ਜ਼ਰੀਏ ਹੁਣ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਕੱਲ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਨਲਾਈਨ ਕੋਵਿਡ-19 ਵੈਕਸੀਨ ਦੇ ਵਾਸਤੇ ਬੁਕਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵੱਲੋਂ ਆਨਲਾਈਨ ਅਤੇ ਫੋਨ ਬੁਕਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦੱਸੀਏ ਕਿ ਇਹ ਉਮਰ ਦੇ ਉੱਪਰ ਆਧਾਰਿਤ ਹੋਵੇਗੀ, ਜਿਸ ਦੇ ਵਿੱਚ ਤੁਸੀਂ ਆਨਲਾਈਨ ਅਤੇ ਕਾਲ ਕਰਕੇ ਆਪਣੇ ਟੀਕੇ ਦੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਆਨਲਾਈਨ ਪੋਰਟਲ ਅਤੇ ਜਾਂ ਫਿਰ 1833-838-2323 ਦੇ ਉੱਪਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਲਈ ਜਾ ਸਕਦੀ ਹੈ। ਇਸ ਦੀ ਸ਼ੁਰੂਆਤ ਸਵੇਰੇ 8 ਵਜੇ ਤੋਂ ਹੋ ਜਾਵੇਗੀ। ਇਸ ਦੇ ਬਾਰੇ ਸਾਰੀ ਜਾਣਕਾਰੀ ਹੈਲਥ ਮਿਨਿਸਟਰੀ ਵੱਲੋਂ ਸਾਂਝੀ ਕੀਤੀ ਗਈ। ਦੱਸੀਏ ਕਿ ਜਿਹੜੇ 1950 ਜਾਂ ਫਿਰ ਇਸ ਤੋਂ ਪਹਿਲਾਂ ਜਨਮੇ, ਇਸ ਦੇ ਨਾਲ ਹੀ ਇੰਡੀਜੀਅਸ ਪੀਪਲ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਆਪਣੀ ਬੁਕਿੰਗ ਕਰਵਾ ਸਕਦੇ ਨੇ। ਟੀਕੇ ਦੇ ਲਈ ਬੁਕਿੰਗ ਕਰਵਾਉਣ ਦੇ ਵਾਸਤੇ ਤੁਹਾਨੂੰ 3 ਚੀਜ਼ਾਂ ਕਰਨੀਆਂ ਪੈਣਗੀਆਂ। ਜਦੋਂ ਤੁਹਾਡੀ ਵਾਰੀ ਆਵੇਗੀ, ਉਸ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਕਰਵਾਉਣਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਕੋਡ ਆਵੇਗਾ। ਉਸ ਤੋਂ ਬਾਅਦ ਜੇਕਰ ਤੁਹਾਨੂੰ ਟੈਕਸਟ, ਫੋਨ ਕਾਲ ਜਾਂ ਫਿਰ ਈਮੇਲ ਆਉਂਦੀ ਹੈ ਤਾਂ ਆਪਣੀ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਇਸ ਤੋਂ ਬਾਅਦ ਕਰਨਾ ਕੀ ਹੈ, ਵੈਕਸੀਨ ਕਲੀਨਿਕ ਦੇ ਉੱਪਰ ਜਾਣਾ ਹੈ ਤਾਂ ਕਰੋਨਾ ਸ਼ਾਟ ਲਗਵਾ ਲੈਣਾ ਹੈ। ਇਸ ਬਾਰੇ ਸਾਰੀ ਜਾਣਕਾਰੀ ਸਰਕਾਰੀ ਪੇਜ ਦੇ ਉੱਪਰ, ਜਾਣੀ ਕਿ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਮਿਲ ਜਾਵੇਗੀ। ਇਸ ਦੇ ਨਾਲ ਹੀ ਪਬਲਿਕ ਹੈਲਥ ਆਫੀਸ਼ੀਅਲਸ ਦੇ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ 55 ਸਾਲ ਤੋਂ 65 ਸਾਲ ਤੱਕ ਵਾਲਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ।
ਇਸ ਦੇ ਨਾਲ ਹੀ ਸਮੇਂ-ਸਮੇਂ ਦੇ ਉੱਪਰ ਵੈਕਸੀਨ ਅਤੇ ਬੁਕਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੇਗੀ ਤਾਂ ਕਿ ਲੋਕਾਂ ਨੂੰ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਵਿੱਚ ਸਹਾਇਤਾ ਮਿਲ ਸਕੇ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤ ਕਰਵਾਈ ਜਾ ਰਹੀ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਤੇ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ। ਵੈਸਟ ਵੈਨਕੂਵਰ ਦੇ ਵਿੱਚ ਵੀ ਅਜਿਹੀ ਮਹਾ ਪੰਚਾਇਤ ਕਰਵਾਈ ਗਈ, ਜਿੱਥੇ ਇੱਕ ਵਾਰ ਫਿਰ ਤੋਂ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ, ਕਿਸਾਨੀ ਹੱਕ ਦੇ ਵਿੱਚ ਨਾਅਰੇ ਲਗਾਏ ਗਏ ਅਤੇ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ, ਜਿੱਥੇ ਇੱਕ ਪਾਸੇ ਕਾਰ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ, ਪੈਦਲ ਮਾਰਚ ਕੱਢੇ ਜਾ ਰਹੇ ਨੇ ਤੇ ਉਧਰ ਦੂਜੇ ਪਾਸੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤਾਂ ਵੀ ਕਰਵਾਈਆਂ ਜਾ ਰਹੀਆਂ ਨੇ। ਕੈਨੇਡਾ ਦੇ ਵੈਸਟ ਵੈਨਕੂਵਰ ਦੇ ਵਿੱਚ ਵੀ ਅਜਿਹੀ ਮਹਾ ਪੰਚਾਇਤ ਦੇਖਣ ਨੂੰ ਮਿਲੀ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਤੇ ਉਹਨਾਂ ਵੱਲੋਂ ਕਿਸਾਨੀ ਹੱਕ ਦੇ ਵਿੱਚ ਨਾਅਰੇ ਲਗਾਏ ਗਏ। ਦੱਸ ਦਈਏ ਕਿ ਇੱਥੇ ਖਾਲੀ ਜੁੱਤੀਆਂ ਰੱਖ ਕੇ ਇੱਕ ਵਾਰ ਫਿਰ ਤੋਂ ਪ੍ਰੋਟੈਸਟ ਕੀਤਾ ਗਿਆ ਅਤੇ तमाम ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਦਿੱਲੀ ਅੰਦੋਲਨ ਦੇ ਦੌਰਾਨ ਆਪਣੀ ਜਾਨ ਗਵਾ ਲਈ ਗਈ। ਇਸ ਮਹਾ ਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਆਪਣਾ ਪੱਖ ਵੀ ਰੱਖਿਆ ਗਿਆ ਤੇ ਨਾਲ ਦੀ ਨਾਲ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ, ਜਿਨ੍ਹਾਂ ਦੀ ਮੰਗ ਲਗਾਤਾਰ ਭਾਰਤ ਦੇ ਕਿਸਾਨ ਕਰ ਰਹੇ ਹਨ। ਦੱਸੀਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਅਜਿਹੀਆਂ ਮਹਾ ਪੰਚਾਇਤਾਂ ਦੇਖਣ ਨੂੰ ਮਿਲ ਰਹੀਆਂ ਨੇ। ਸੋ ਦਿਖਾਉਂਦੇ ਹਾਂ ਤੁਹਾਨੂੰ ਮਹਾ ਪੰਚਾਇਤ ਦੀਆਂ ਇਹ ਕੁਝ ਤਸਵੀਰਾਂ ਤੇ ਲੋਕਾਂ ਵੱਲੋਂ ਪੇਸ਼ ਕੀਤੇ ਗਏ ਆਪਣੇ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਅਸੀਂ ਅੱਜ ਵੈਸਟ ਵੈਨਕੂਵਰ ਪ੍ਰੋਟੈਸਟ ਕਰਨ ਆਏ ਆ। 200 ਸ਼ੂਜ਼ ਤੋਂ ਸ਼ੁਰੂ ਕੀਤਾ ਸੀਗਾ, ਜਦੋਂ 1 ਫਰਵਰੀ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਦਾ ਜਾਣ ਦਾ ਕਿਹਾ ਸੀ ਕਿਸਾਨ ਜਥੇਬੰਦੀਆਂ ਨੇ, ਪਰ ਉਸ ਤੋਂ ਬਾਅਦ 26 ਤਰੀਕ ਤੋਂ ਬਾਅਦ ਉਹ ਪ੍ਰੋਗਰਾਮ ਕੈਂਸਲ ਹੋ ਗਿਆ। ਪਰ ਅਸੀਂ 1 ਤਰੀਕ ਤੋਂ ਵਿਕਟੋਰੀਆ ਤੋਂ ਲੈ ਕੇ ਓਟਵਾ ਤੱਕ ਹਰੇਕ ਪਾਰਲੀਮੈਂਟ ਮੂਹਰੇ ਗਏ ਆ। ਅਸੀਂ ਬੈਸਮੋ ਬੇਵ ਨਾਂ ਦੀ ਇੱਕ ਲਹਿਰ ਚਲਾਈ ਸੀਗੀ, ਜਿਹੜੀ ਹਰੇਕ ਪਾਰਲੀਮੈਂਟ ਦੇ ਮੂਹਰੇ ਅਸੀਂ ਪ੍ਰੋਟੈਸਟ ਕੀਤਾ। ਪਰ ਸਾਡੇ ਪ੍ਰੋਟੈਸਟ ਕਰਦਿਆਂ ਦੇ ਦੌਰਾਨ ਹੀ ਮਤਲਬ ਜਿਹੜੇ ਸ਼ੂਜ਼ ਦੀ ਗਿਣਤੀ ਉਹ ਵੱਧਦੀ ਗਈ ਆ, ਰਾਈਟ, ਜਿਹੜੇ ਬਹੁਤ ਅਫਸੋਸਨਾਕ ਜਿਹੜੀਆਂ ਗੱਲਾਂ ਹੈਗੀਆਂ। ਤੇ ਹੁਣ ਅਸੀਂ ਉਦੋਂ ਬਾਅਦ 'ਚ ਬੈਸ ਮੋਦੀ ਨਾਂ ਦੇ ਇੱਕ ਜਿਹੜੀ ਲਹਿਰ ਸ਼ੁਰੂ ਕੀਤੀ ਹੈਗੀ ਆ, ਹਰੇਕ ਸਿਟੀ ਟੂ ਸਿਟੀ, ਰਾਈਟ, ਹਰੇਕ ਸਿਟੀ ਦੇ ਵਿੱਚ ਅਸੀਂ ਜਾ ਕੇ ਅਵੇਅਰ ਮਤਲਬ ਕਰਦੇ ਹਾਂ ਲੋਕਾਂ ਨੂੰ ਕਿ ਸਾਡੀ ਸਪੋਰਟ ਕਰੋ, ਜੋ ਇੰਡੀਆ 'ਚ ਹੋ ਰਿਹਾ ਉਹਦੇ ਬਾਰੇ ਦੱਸਦੇ ਹੈਗੇ ਆ। ਪਰ ਹਰੇਕ ਸਿਟੀ ਦੇ ਵਿੱਚ ਉਹਦਾ ਇਫੈਕਟ ਵੀ ਨਜ਼ਰ ਆਉਂਦਾ ਹੈ। ਪਹਿਲਾਂ ਨਿਊ ਵੈਸਟ ਦੇ ਵਿੱਚ ਮੋਸ਼ਨ ਪਾਸ ਹੋਇਆ, ਫਿਰ ਵੈਨਕੂਵਰ 'ਚ ਹੋਇਆ, ਹੁਣ ਅੱਜ ਲੈਂਗਲੀ ਦੇ ਵਿੱਚ ਮੀਟਿੰਗ ਚੱਲਦੀ ਪਈ ਹੈਗੀ ਆ ਕਿ ਮੇਬੀ ਆਉਣ ਵਾਲੇ ਟਾਈਮ ਦੇ ਵਿੱਚ ਲੈਂਗਲੀ ਦੇ ਵਿੱਚ ਵੀ ਇਹ ਮੋਸ਼ਨ ਪਾਸ ਹੋਊਗਾ। ਪਰ ਸਾਨੂੰ ਅਫਸੋਸ ਬਹੁਤ ਆ ਕਿ ਜਿਹੜਾ ਸਭ ਤੋਂ ਪਹਿਲਾਂ ਇਹ ਸਰੀ ਤੋਂ ਸ਼ੁਰੂ ਹੋਣਾ ਚਾਹੀਦਾ ਸੀਗਾ। ਸਰੀ ਦੇ ਵਿੱਚ ਸਾਡੇ ਦੂਸਰਾ ਪੰਜਾਬ ਕਿਹਾ ਜਾਂਦਾ ਆ, ਪਰ ਉੱਥੇ ਇਹ ਗੱਲ ਜਿਹੜੀ ਸ਼ੁਰੂ ਨਹੀਂ ਹੋਈ। ਤੇ ਸਾਨੂੰ ਜੇ ਕੋਈ ਕੱਲ੍ਹ ਨੂੰ ਇੱਥੇ ਕੋਈ ਮਾੜੀ ਮੋਟੀ ਗੈਂਗਵਾਰ ਹੋ ਜਾਂਦੀ ਆ, ਜਿਹੜੀ 1-2% ਪੂਰੀ ਕਮਿਊਨਿਟੀ ਰਹਿੰਦੀ ਇਸੇ ਉਹਨਾਂ 'ਚ 1-2%, ਤੇ ਉਸ ਵੇਲੇ ਜਿਹੜੇ ਸਾਡੇ ਹੋਸਟ ਆ ਜਾਂ ਜਿਹੜੇ ਉਹ ਕੁਛ ਬੰਦੇ ਇਹੋ ਜਿਹੇ ਹੈਗੇ ਉਹ ਜਿਹੜੇ ਸਾਰਾ ਦਿਨ ਪਾਣੀ ਨਹੀਂ ਪੀਂਦੇ, ਕਿ ਸਾਰਾ ਦਿਨ ਜਿਹੜਾ ਉਹ ਜਰਾਇਮ ਪੇਸ਼ਾ ਦਾ ਸਾਡੀ ਕੌਮ 'ਤੇ ਜਿਹੜਾ ਕਿਸੇ ਨੇ ਟੈਗ ਲਾਇਆ ਸੀ ਉਹਦੇ ਉੱਪਰ ਮਤਲਬ ਉਹਨੂੰ ਚਮਕਾਉਣ 'ਚ ਲੱਗ ਜਾਂਦੇ ਹੈਗੇ ਆ। ਤੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਇਹ ਜਿਹੜੇ ਮੋਸ਼ਨ ਪਾਸ ਹੋਣੇ ਚਾਹੀਦੇ ਆ, ਕਿਉਂਕਿ ਜਿਹੜੇ ਮੋਸ਼ਨ ਹੈਗੇ ਆ ਗਾਹਾਂ ਤੋਂ ਗਾਹਾਂ ਉੱਪਰ ਤੱਕ ਪਹੁੰਚਦੇ ਹੈਗੇ ਆ। ਸਿਟੀ ਤੋਂ ਸ਼ੁਰੂਆਤ ਹੁੰਦੀ ਆ ਕਿ ਇੱਕ ਜਿਹੜਾ ਵੱਡੀਆਂ ਸਿਟੀ ਵੈਨਕੂਵਰ ਨੇ ਪਾਸ ਕੀਤਾ ਆ, ਇਹ ਮਤਲਬ ਵੈਨਕੂਵਰ ਵਰਲਡ ਦੀ ਗਿਣਵੀਆਂ ਸਿਟੀਆਂ ਦੇ ਵਿੱਚੋਂ ਆਉਂਦੀ ਹੈਗੀ, ਰਾਈਟ। ਸੋ ਮੈਂ ਚਾਹੁੰਦਾ ਕਿ ਹਰੇਕ ਸਿਟੀ 'ਚ ਪਾਸ ਹੋਵੇ। ਜਦੋਂ ਸਾਡੇ 'ਤੇ ਇਹ ਐਂਟੀ ਨੈਸ਼ਨਲ ਹੋਣ ਦਾ ਜਿਹੜਾ ਉਹ ਲਾਉਂਦੇ ਆ, ਜਦੋਂ ਆਪਾਂ ਕੋਈ ਆਪਣਾ ਹੱਕ ਮੰਗਦੇ ਸਾਨੂੰ ਐਂਟੀ ਨੈਸ਼ਨਲ ਕਹਿੰਦੇ ਆ, ਉਸ ਵੇਲੇ ਅਸੀਂ ਇਹਨਾਂ ਨੂੰ ਪੁੱਛ ਸਕੀਏ ਕਿ ਜਿਹੜੇ ਇਹ ਐਂਟੀ ਨੈਸ਼ਨਲ ਨਹੀਂ ਹੈਗੇ, ਅਸੀਂ ਆਪਣਾ ਰਾਈਟ ਮੰਗਦੇ ਹੈਗੇ ਆ। ਸਮਾਂ 'ਤੇ ਜਿਹੜੇ ਇਹ ਬੰਦੇ ਆ, ਜਿਹੜਾ ਇਹਨਾਂ ਦਾ ਮਤਲਬ ਕੁਛ ਇਹਨਾਂ ਦਾ ਮੀਡੀਆ ਜਿਹੜਾ ਉਹ ਕਿਸੇ ਦੇ ਅੰਡਰ ਬੋਲਦਾ ਆ, ਕਿ ਉਹ ਮਤਲਬ ਉਹ ਵਿਕਿਆ ਹੋਇਆ ਕਿ ਜਿਹੜੀ ਪੂਰਾ ਕੰਮ ਨਹੀਂ ਕਰਦਾ ਪਿਆ, ਉੱਥੇ ਜਿਹੜੀ ਡੈਮੋਕ੍ਰੇਸੀ ਆ ਪੂਰੀ ਮਤਲਬ ਖਤਮ ਹੋ ਚੁੱਕੀ ਹੈ, ਰਾਈਟ। ਅਸੀਂ ਪੂਰੇ ਵਰਲਡ 'ਚ ਮਤਲਬ ਪੂਰਾ ਅਵੇਅਰ ਇਹ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਹਿਊਮਨ ਨੂੰ ਪੂਰੇ ਜਿਹੜੇ ਆ ਨੇਚਰ ਨੇ ਪੂਰੇ ਦਿੱਤੇ ਹੋਏ ਆ, ਉਹਦੇ ਅਕੋਰਡਿੰਗਲੀ ਫੰਡਾਮੈਂਟਲ ਲਾਅ ਬਣੇ ਹੋਏ ਆ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਇਹ ਸਿਟੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਿਟੀ ਦੇ ਸਾਡੇ ਸਰੀ ਦੇ ਲੋਕਲ ਜਿਹੜੇ ਹੈਗੇ ਬੰਦੇ ਉਹਨਾਂ ਨੂੰ ਚਾਹੁੰਦਾ ਕਿ ਉਹ ਆਵਾਜ਼ ਚੱਕਣ। ਇਹ ਪ੍ਰੋਟੈਸਟ ਇਹ ਹੈਗਾ ਜਦੋਂ ਸਾਰੇ ਕਹਿੰਦੇ ਆ ਵਰਲਡਸ ਲਾਰਜੈਸਟ ਪੀਸਫੁਲ ਪ੍ਰੋਟੈਸਟ ਹੈ, ਤੇ ਬਹੁਤ ਲੋਕੀ ਹੁਣ ਹਾਰਮ ਵੀ ਹੁੰਦਾ, ਲਾਈਕ ਕਿੰਨੇ ਸਾਡੇ ਸ਼ਹੀਦ ਹੋਏ ਦਾ ਸ਼ੂ ਸਾਡੇ 200+ ਤੇ ਅਸੀਂ ਵੇਵ ਸ਼ੁਰੂ ਕੀਤੀ ਸੀ 200 ਸ਼ਹੀਦ ਹੋਏ ਸੀ, ਹੁਣ 300 ਤੋਂ ਓਵਰ ਹੋ ਗਿਆ, ਥਿੰਕ ਅਬਾਊਟ 302 ਹੋ ਗਏ। ਤੇ ਅਸੀਂ ਬਸ ਗਵਰਨਮੈਂਟ ਨੂੰ ਕਹਿਣਾ ਮੰਗਦੇ ਹਾਂ ਕਿ ਤੁਸੀਂ ਬੱਸ ਕਰੋ ਹੁਣ, ਕਿ ਕਿਲ ਨਾ ਕਰੋ ਕਿਸੇ ਫਾਰਮਰਸ ਨੂੰ ਜਾਂ ਕਿਸੇ ਨੂੰ ਵੀ, ਤੇ ਫਾਰਮਰਸ ਨੂੰ ਹੱਕ ਦੇ ਦਿਓ ਉਹਨਾਂ ਦਾ।
ਤੇ ਮੋਸਟਲੀ ਜਿੱਦਾਂ ਹੁਣ ਜਿਹੜਾ ਕਮਿਊਨਿਟੀ ਐਕਟ ਆ ਉਹ ਜਿੱਦਾਂ ਸਾਰੇ ਇਕੱਲੇ ਪੰਜਾਬ ਨੂੰ ਹੀ ਨਹੀਂ ਅਫੈਕਟ ਕਰਨਾ, ਇਹ ਪੂਰੇ ਇੰਡੀਆ ਨੂੰ ਅਫੈਕਟ ਕਰਨਾ ਤੇ ਅਰਾਊਂਡ ਦ ਹੋਲ ਗਲੋਬ ਐਂਡ ਦ ਗਵਰਨਮੈਂਟ। ਸੋ ਅਸੀਂ ਉਹ ਗਵਰਨਮੈਂਟ ਨੂੰ ਕਹਿਣਾ ਮੰਗਦੇ ਕਿ ਅਸੀਂ ਫਾਰਮਰਸ ਦੇ ਹੱਕ ਦੇ ਲਈ ਖੜੇ ਹਾਂ ਤੇ ਅਸੀਂ ਉਹ ਹੁਣ ਕਮਿਊਨਿਟੀ ਐਕਟ ਜਿਹੜਾ ਹੈ ਉਹ ਵੈਬ ਬਣਿਆ ਹੋਇਆ ਆ ਜਿਹਨੂੰ ਸਾਨੂੰ ਉਹ ਫਾਰਮਰਸ ਨੂੰ ਫਸਾਉਂਦੇ ਆ ਕਿ ਅਸੀਂ ਉਹਨਾਂ ਦੇ ਲਈ ਅਸੀਂ ਕੰਮ ਕਰੂੰਗੇ, ਅਸੀਂ ਆਪ ਦੇ ਲਈ ਨਹੀਂ ਕਰੂੰਗੇ। ਫਿਰ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ, ਪਰ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਜਿੱਥੇ ਕਰੋਨਾ ਵੈਕਸੀਨ ਜਾ ਕੇ ਲਗਵਾਉਣੀ ਹੈ ਉੱਥੇ ਪਹੁੰਚਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਟਰੋ ਵੈਂਕੂਵਰ ਦੇ ਵਿੱਚ ਇਹਨਾਂ तमाम ਲੋਕਾਂ ਲਈ ਖਾਸ ਉਪਰਾਲਾ ਕੀਤਾ ਗਿਆ, ਜਿੱਥੇ ਹੁਣ 10 ਬੱਸਾਂ ਚਲਾਈਆਂ ਗਈਆਂ, ਮੁਫਤ ਬੱਸਾਂ ਚਲਾਈਆਂ ਗਈਆਂ। ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਟੀਕਾ ਲਗਵਾਉਣ ਦੇ ਲਈ ਵੈਕਸੀਨ ਸਾਈਟਸ ਦੇ ਉੱਪਰ ਲੈ ਕੇ ਜਾਇਆ ਜਾਵੇਗਾ। ਕਿਸ ਤਰ੍ਹਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦੇ ਵਾਸਤੇ ਸਮੇਂ-ਸਮੇਂ ਦੇ ਉੱਪਰ ਵੈਕਸੀਨ ਪਲਾਨ ਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਪਰ ਅਜਿਹੇ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਟੀਕਾ ਲਗਵਾਉਣਾ ਤਾਂ ਚਾਹੁੰਦੇ ਨੇ ਪਰ ਉਹ ਵੈਕਸੀਨ ਸਾਈਟ ਦੇ ਉੱਪਰ ਨਹੀਂ ਪਹੁੰਚ ਸਕਦੇ। ਇਸ ਦੇ ਅਲੱਗ-ਅਲੱਗ ਕਾਰਨ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਲਗਵਾਉਣ ਵਾਲੀ ਜਗ੍ਹਾ ਤੇ ਜਾਣ ਦੇ ਵਿੱਚ ਜੋ ਪਰੇਸ਼ਾਨੀ ਹੋ ਰਹੀ ਹੈ, ਇਸ ਦਾ ਹੁਣ ਹੱਲ ਕੱਢ ਲਿਆ ਗਿਆ ਹੈ। ਜੀ ਹਾਂ, ਵੈਂਕੂਵਰ ਕੋਸਟਲ ਅਤੇ ਫਰੀਜ਼ਰ ਹੈਲਥ ਅਥਾਰਟੀ ਖੇਤਰਾਂ ਦੇ ਵਿੱਚ ਕਰੋਨਾ ਟੀਕਾ ਲਗਾਉਣ ਵਾਲੀਆਂ ਜਗ੍ਹਾ ਤੇ ਜਾਣ ਦੇ ਲਈ ਮੁਫਤ ਬੱਸਾਂ ਲਗਾਈਆਂ ਗਈਆਂ ਨੇ। ਇੰਟਰਿਮ CEO ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਐਲਾਨ ਕੀਤਾ ਕਿ 24 ਘੰਟਿਆਂ ਦੇ ਲਈ ਇਹ 10 ਬੱਸਾਂ ਚਲਾਈਆਂ ਜਾ ਰਹੀਆਂ ਨੇ। ਜਿਹੜੇ ਵੀ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਵਾਲੀਆਂ ਜਗ੍ਹਾ ਦੇ ਉੱਪਰ ਪਹੁੰਚਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ, ਉਹਨਾਂ ਵਾਸਤੇ ਇਹਨਾਂ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਕੋਵਿਡ-19 ਵੈਕਸੀਨ ਲਗਵਾਉਣ ਦੇ ਵਾਸਤੇ ਉਹਨਾਂ ਨੂੰ ਲੈ ਕੇ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਲੋਕਲ ਹੈਲਥ ਅਥਾਰਟੀਜ਼ ਅਤੇ ਟ੍ਰਾਂਸਲਿੰਕ ਵਿਚਕਾਰ ਸਮਝੌਤਾ ਹੈ। ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਹੈ ਜਿਹੜਾ ਕਰੋਨਾ ਵੈਕਸੀਨ ਤਾਂ ਲਗਵਾਉਣਾ ਚਾਹੁੰਦਾ ਹੈ ਪਰ ਉਹ ਨਹੀਂ ਜਾ ਪਾ ਰਿਹਾ, ਉਸ ਦੀ ਜਾਣਕਾਰੀ ਲੋਕਲ ਹੈਲਥ ਅਥਾਰਟੀ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਬੱਸਾਂ ਭੇਜੀਆਂ ਜਾਣਗੀਆਂ ਅਤੇ ਉਸ ਵਿਅਕਤੀ ਨੂੰ ਟੀਕਾ ਲਗਵਾਉਣ ਵਾਲੀ ਸਾਈਟ ਦੇ ਉੱਪਰ ਲੈ ਕੇ ਜਾਇਆ ਜਾਵੇਗਾ। ਦੱਸਿਆ ਗਿਆ ਹੈ ਕਿ ਜਦੋਂ ਹੀ ਇਹ ਜਾਣਕਾਰੀ ਮਿਲੀ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤੇ ਉਹਨਾਂ ਵਾਸਤੇ ਅਜਿਹਾ ਹੱਲ ਕੱਢਿਆ ਗਿਆ। ਇਸ ਸਮੇਂ ਟੀਚਾ ਰੱਖਿਆ ਗਿਆ ਹੈ ਕਿ ਮੈਟਰੋ ਵੈਂਕੂਵਰ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤੱਕ ਕੁਝ ਦਿਨਾਂ ਦੌਰਾਨ ਇੱਥੇ 9 ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਤਾਜ਼ਾ ਮਾਮਲਾ ਓਕਲਾਹੋਮਾ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਵਿਅਕਤੀ ਨੂੰ ਬਚਾਉਣ ਦੇ ਲਈ ਜਾਂਦੀ ਹੈ ਤੇ ਪੁਲਿਸ ਦੇ ਉੱਪਰ ਹੀ ਹਮਲਾ ਕਰ ਦਿੱਤਾ ਜਾਂਦਾ ਹੈ। ਮਾਮਲਾ ਅਮਰੀਕਾ ਦੇ ਓਕਲਾਹੋਮਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਨੂੰ ਬਚਾਉਣ ਦੇ ਵਾਸਤੇ ਪੁਲਿਸ ਜਾਂਦੀ ਹੈ ਤੇ ਉਸ ਦੇ ਉੱਪਰ ਹੀ ਹਮਲਾ ਹੋ ਜਾਂਦਾ ਹੈ। ਇਸ ਦੌਰਾਨ ਜੋ ਜਾਣਕਾਰੀ ਮਿਲੀ ਹੈ, ਇਸ ਦੇ ਵਿੱਚ ਪਤਾ ਚੱਲਿਆ ਕਿ 2 ਜਾਣਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖਮੀ ਹੋਇਆ ਹੈ। ਦਰਅਸਲ ਜੋ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਨਸ਼ੀਲੇ ਪਦਾਰਥ ਦਾ ਜ਼ਿਆਦਾ ਸੇਵਨ ਕਰਨ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਥਾਨਕ ਪੁਲਿਸ ਪਹੁੰਚੀ ਤਾਂ ਕਿ ਉਸ ਦੀ ਮਦਦ ਕੀਤੀ ਜਾਵੇ। ਜਦੋਂ ਪੁਲਿਸ ਘਟਨਾ ਵਾਲੇ ਸਥਾਨ ਤੇ ਪਹੁੰਚੀ ਤਾਂ ਉੱਥੇ ਇੱਕ ਹੋਰ ਵਿਅਕਤੀ ਮੌਜੂਦ ਸੀ, ਜਿਸ ਵੱਲੋਂ ਪੁਲਿਸ ਦੇ ਉੱਪਰ ਬੰਦੂਕ ਤਾਣ ਦਿੱਤੀ ਗਈ। ਇਸ ਤੋਂ ਬਾਅਦ ਜਿਸ ਵਿਅਕਤੀ ਵੱਲੋਂ ਪੁਲਿਸ ਦੇ ਉੱਪਰ ਪਿਸਤੌਲ ਤਾਣੀ ਗਈ ਸੀ, ਉਸ ਦੇ ਉੱਪਰ ਕਾਰਵਾਈ ਕੀਤੀ ਗਈ। ਇਹ ਘਟਨਾ ਦੇਰ ਰਾਤ 1 ਵਜੇ ਐਨਾਡਾਰਕੋ ਦੇ ਵਿੱਚ ਵਾਪਰੀ। ਇਸ ਮੌਕੇ ਓਕਲਾਹੋਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਦੱਸਿਆ ਗਿਆ ਕਿ ਐਨਾਡਾਰਕੋ ਪੁਲਿਸ ਇੱਕ ਵਿਅਕਤੀ ਦੀ ਮਦਦ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਵੱਲੋਂ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੋਇਆ ਸੀ ਅਤੇ ਇਸ ਵਿਅਕਤੀ ਵੱਲੋਂ ਜ਼ਿਆਦਾ ਹੀ ਇਸ ਪਦਾਰਥ ਦਾ ਸੇਵਨ ਕਰ ਲਿਆ ਗਿਆ ਸੀ। ਆਫੀਸ਼ੀਅਲਸ ਦੇ ਵੱਲੋਂ ਇਹ ਵੀ ਅਪਡੇਟ ਸਾਂਝੀ ਕੀਤੀ ਗਈ ਕਿ ਇਸ ਮੌਕੇ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਅਧਿਕਾਰੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਪਰ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ। ਜਿਸ ਵਿਅਕਤੀ ਵੱਲੋਂ ਨਸ਼ਾ ਕੀਤਾ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਅਲੱਗ-ਅਲੱਗ ਜਗ੍ਹਾ ਤੋਂ ਲਗਾਤਾਰ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਸ ਦੇ ਉੱਪਰ ਸਮੇਂ-ਸਮੇਂ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਵਾਸ਼ਿੰਗਟਨ DC ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇੱਥੇ ਲਾਕਡਾਊਨ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੀ ਅਮਰੀਕਾ ਦੇ ਵਿੱਚ 9 ਵਾਰ ਗੋਲੀਬਾਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ। ਇਸ ਸਭ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰਪਤੀ ਵੱਲੋਂ ਗਨ ਕਲਚਰ ਦੇ ਉੱਪਰ ਪਾਬੰਦੀਆਂ ਲਗਾਉਣ ਦਾ ਵੀ ਹੁਕਮ ਜਾਰੀ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਪਰ ਅੱਗੇ ਕੀ ਸਖਤ ਕਦਮ ਚੁੱਕਿਆ ਜਾਂਦਾ ਹੈ।
ਗੁਰੂ ਨਾਨਕ ਫੂਡ ਬੈਂਕ ਵੱਲੋਂ ਸਰੀ ਦੇ ਵਿੱਚ ਇੱਕ ਖਾਸ ਉਪਰਾਲਾ ਵਿਸਾਖੀ ਮੌਕੇ ਕੀਤਾ ਜਾ ਰਿਹਾ ਹੈ। ਦਰਅਸਲ ਇੱਥੇ ਵਿਸਾਖੀ ਤੋਂ ਪਹਿਲਾਂ ਡਰਾਈਵ ਥਰੂ ਡੋਨੇਸ਼ਨ ਕੀਤਾ ਜਾਵੇਗਾ, ਜਿੱਥੇ ਕਈ ਲੋਕਾਂ ਦੀ ਮਦਦ ਕੀਤੀ ਜਾਵੇਗੀ। ਦੱਸ ਦਈਏ ਕਿ ਸਰੀ ਦੇ ਵਿੱਚ ਇਸ ਵਾਰ ਦੀ ਵੀ ਜਿਹੜੀ ਵਿਸਾਖੀ ਪਰੇਡ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਦਾ ਕਾਰਨ ਕਰੋਨਾ ਵਾਇਰਸ ਰਿਹਾ। ਕੀ ਡੋਨੇਸ਼ਨ ਹੈ, ਇਸ ਦੇ ਵਿੱਚ ਕੀ ਹੋਵੇਗਾ, ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਵਿਸਾਖੀ ਤੋਂ ਪਹਿਲਾਂ ਸਰੀ ਦੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਡਰਾਈਵ ਥਰੂ ਡੋਨੇਸ਼ਨ ਕੀਤਾ ਜਾਵੇਗਾ। ਕਰੋਨਾ ਵਾਇਰਸ ਦੇ ਚੱਲਦਿਆਂ ਇੱਥੇ ਹੋਣ ਵਾਲੀ ਇਸ ਸਾਲ ਦੀ ਵਿਸਾਖੀ ਪਰੇਡ ਨੂੰ ਰੱਦ ਕਰ ਦਿੱਤਾ ਗਿਆ। ਆਮ ਤੌਰ ਦੇ ਉੱਪਰ ਇਸ ਮੌਕੇ ਤੇ ਲੰਗਰ ਲਗਾਇਆ ਜਾਂਦਾ ਸੀ, ਵੱਡਾ ਇਕੱਠ ਹੁੰਦਾ ਸੀ ਜਿੱਥੇ ਲੋਕ ਇਸ ਦੇ ਵਿੱਚ ਸ਼ਾਮਿਲ ਹੁੰਦੇ ਸਨ, ਪਰ ਕਰੋਨਾ ਵਾਇਰਸ ਦੇ ਚੱਲਦਿਆਂ ਅਜਿਹਾ ਇਸ ਵਾਰ ਨਹੀਂ ਹੋਵੇਗਾ। ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਵੱਲੋਂ ਇਸ ਮੌਕੇ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ। ਨੀਰਜ ਵਾਲੀਆ ਨੇ ਦੱਸਿਆ ਕਿ ਆਮ ਤੌਰ ਦੇ ਉੱਪਰ ਲੋਕ ਇੱਥੇ ਪਰੇਡ ਦੇ ਵਿੱਚ ਸ਼ਾਮਿਲ ਹੁੰਦੇ ਸਨ, ਪਰ ਇਹ ਲਗਾਤਾਰ ਅਜਿਹਾ ਦੂਸਰਾ ਸਾਲ ਹੈ ਜਦੋਂ ਇੱਥੇ ਇਸ ਸਮਾਗਮ ਨੂੰ ਰੱਦ ਕੀਤਾ ਗਿਆ ਹੈ। ਇਸ ਮੌਕੇ ਤੇ ਸਾਡੇ ਵੱਲੋਂ ਇੱਥੇ ਫੂਡ ਡਰਾਈਵ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਤਰੀਕਾ ਹੈ ਵਿਸਾਖੀ ਮਨਾਉਣ ਦਾ, ਜਿੱਥੇ ਲੋਕਾਂ ਨੂੰ ਡੋਨੇਟ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਭ ਕੁਝ ਡਰਾਈਵ ਥਰੂ ਹੋਏਗਾ, ਜਿਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਜਾ ਸਕੇਗੀ। ਇਹ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਹੋਵੇਗਾ, ਜਿਸ ਦੇ ਵਾਸਤੇ ਸ਼ਨੀਵਾਰ ਦਾ ਦਿਨ ਯਾਨੀ ਕਿ ਅਪ੍ਰੈਲ 10 ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਦੇ ਵਾਸਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ। ਇਸ ਮੌਕੇ ਦੇ ਉੱਪਰ ਵੋਲੰਟੀਅਰਸ ਦੇ ਵੱਲੋਂ ਡੋਨੇਸ਼ਨ ਅਸੈਪਟ ਕੀਤਾ ਜਾਵੇਗਾ, ਜਿਸ ਦੇ ਵਿੱਚ ਜਿਹੜੇ ਪੈਸੇ ਨੇ ਉਹਨਾਂ ਨੂੰ ਚੈੱਕ ਤੇ ਕੈਸ਼ ਦੇ ਰਾਹੀਂ ਲਿਆ ਜਾਵੇਗਾ। ਦੱਸ ਦਈਏ ਕਿ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਂਡੈਮਿਕ ਵੱਲੋਂ ਆਪਣਾ ਬੁਰਾ ਪ੍ਰਭਾਵ ਦਿਖਾਇਆ ਗਿਆ ਸੀ, ਉਸ ਦੇ ਕੁਝ ਮਹੀਨਿਆਂ ਬਾਅਦ ਹੀ ਜੁਲਾਈ 1 ਨੂੰ ਗੁਰੂ ਨਾਨਕ ਫੂਡ ਬੈਂਕ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਵੋਲੰਟੀਅਰਸ ਦੇ ਵੱਲੋਂ ਕਈ ਲੋਕਾਂ ਦੀ ਮਦਦ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ तमाम ਜ਼ਰੂਰਤਮੰਦਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ। ਜਿਹੜੇ ਪਰਿਵਾਰਾਂ ਨੂੰ ਗਰੋਸਰੀ ਦੀ ਮਦਦ ਚਾਹੀਦੀ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਖਾਣੇ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਤੱਕ 754 ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਗਰੋਸਰੀ ਦੀ ਮਦਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਾਲ ਵਿਸਾਖੀ ਦਾ ਦਿਹਾੜਾ ਅਪ੍ਰੈਲ 13 ਨੂੰ ਮਨਾਇਆ ਜਾਵੇਗਾ। ਸਰੀ ਦੇ ਵਿੱਚ ਜਿਹੜੀ ਵਿਸਾਖੀ ਪਰੇਡ ਕਰਵਾਈ ਜਾਂਦੀ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਦਾ ਕਾਰਨ ਇਸ ਵਾਰ ਵੀ ਕਰੋਨਾ ਵਾਇਰਸ ਰਿਹਾ। ਦੱਸ ਦਈਏ ਕਿ ਵੈਸੇ ਇਹ ਜਿਹੜੀ ਪਰੇਡ ਸੀ ਉਸ ਨੂੰ ਅਪ੍ਰੈਲ 24 ਨੂੰ ਕਰਵਾਇਆ ਜਾਣਾ ਸੀ। ਇਸ ਪਰੇਡ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦੂਰੋਂ ਲੋਕ ਪਹੁੰਚਦੇ ਹਨ। ਇਸ ਦੇ ਨਾਲ ਹੀ ਗੁਰੂ ਨਾਨਕ ਫੂਡ ਬੈਂਕ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਉਹਨਾਂ ਦੇ ਡੋਨੇਸ਼ਨ ਬਾਰੇ, ਤਾਂ ਫਿਰ ਉਹਨਾਂ ਦੇ ਨਾਲ 6045801313 ਜਾਂ ਫਿਰ 6045371440 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਦੇ ਧੋਖੇ ਦਾ ਸ਼ਿਕਾਰ ਕਈ ਲੋਕ ਹੋਏ ਨੇ। ਹੁਣ ਤੱਕ 47 ਲੋਕ ਅੱਗੇ ਆਏ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਔਰਤ ਵੱਲੋਂ ਝੂਠੇ ਟਰੈਵਲ ਵਾਊਚਰ ਦਿੱਤੇ ਜਾਂਦੇ ਸਨ। ਪੁਲਿਸ ਦੇ ਨਾਲ ਸਮੇਂ-ਸਮੇਂ ਦੇ ਉੱਪਰ ਆਪਣੀ ਗੱਲ ਸਾਂਝੀ ਕਰਦੇ ਹੋਏ ਇਹ तमाम ਲੋਕ ਜਿਹੜੇ ਪੀੜਤ ਸੀ ਉਹ ਨਜ਼ਰ ਆਏ। ਦੱਸ ਦਈਏ ਕਿ ਔਰਤ ਨੂੰ 2 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। 2 ਸਾਲ ਤੱਕ ਇਸ ਦੇ ਉੱਪਰ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਇਸ ਨੂੰ ਅਰੈਸਟ ਕੀਤਾ ਗਿਆ। ਮਾਮਲਾ ਸਰੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਵੱਲੋਂ ਝੂਠੇ ਟਰੈਵਲ ਵਾਊਚਰ ਵੇਚੇ ਜਾ ਰਹੇ ਸਨ। ਅਜਿਹਾ ਕਰਨ ਦੇ ਉੱਪਰ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਔਰਤ ਨੂੰ ਪਿਛਲੇ ਮਹੀਨੇ ਅਲਬਰਟਾ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਵੱਲੋਂ ਲੋਕਾਂ ਨੂੰ ਫੇਕ ਟਰੈਵਲ ਵਾਊਚਰ ਵੇਚੇ ਜਾ ਰਹੇ ਸਨ। ਇਸ ਔਰਤ ਦਾ ਨਾਮ ਅਲੈਗਜ਼ੈਂਡਰਾ ਦੱਸਿਆ ਗਿਆ, ਜੋ ਕਿ ਮਾਰਚ 18 ਨੂੰ ਅਰੈਸਟ ਕੀਤੀ ਗਈ। RCMP ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਔਰਤ ਦੇ ਖਿਲਾਫ 2 ਸਾਲ ਤੱਕ ਇਨਵੈਸਟੀਗੇਸ਼ਨ ਜਾਣੀ ਕਿ ਜਾਂਚ ਕੀਤੀ ਗਈ। ਇਸ ਮੌਕੇ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਪੀੜਤ ਸਨ ਉਹ ਵੀ ਸਮੇਂ-ਸਮੇਂ ਦੇ ਉੱਪਰ ਆਪਣੀ ਜਾਣਕਾਰੀ ਜਾਣੀ ਕਿ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਰਹੇ। ਉਹਨਾਂ ਵੱਲੋਂ RCMP ਦੇ ਨਾਲ ਸਾਰੀ ਡਿਟੇਲ ਸਾਂਝੀ ਕੀਤੀ ਗਈ। ਮਈ 2019 ਨੂੰ ਇਸ ਔਰਤ ਦੇ ਖਿਲਾਫ ਜਾਂਚ ਦੀ ਸ਼ੁਰੂਆਤ ਕੀਤੀ ਗਈ, ਜਾਣੀ ਕਿ ਜਾਂਚ ਨੂੰ ਆਰੰਭਿਆ ਗਿਆ ਸੀ। ਹੁਣ ਤੱਕ 37 ਲੋਕ ਅਜਿਹੇ ਹਨ ਜਿਹੜੇ ਕਿ ਅੱਗੇ ਆਏ ਜੋ ਇਸ ਧੋਖੇ ਦਾ ਸ਼ਿਕਾਰ ਹੋਏ ਸਨ। ਮਾਉਂਟੀਜ਼ ਵੱਲੋਂ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਤੋਂ $2,50,000 ਦਾ ਧੋਖਾ ਇਸ ਔਰਤ ਵੱਲੋਂ ਲੋਕਾਂ ਦੇ ਨਾਲ ਕੀਤਾ ਗਿਆ। ਕਈ ਪੀੜਤਾਂ ਵੱਲੋਂ ਸਮੇਂ-ਸਮੇਂ ਦੇ ਉੱਪਰ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ। ਸਿਰਫ ਪੁਲਿਸ ਦੇ ਨਾਲ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਬਾਕੀ ਲੋਕਾਂ ਨੂੰ ਇਸ ਔਰਤ ਦੇ ਖਿਲਾਫ ਜਾਣਕਾਰੀ ਦਿੰਦੇ ਰਹੇ। ਵੈਨਕੂਵਰ ਦੇ 2 ਰੈਸਟੋਰੈਂਟ ਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਨਾ ਭਾਰੀ ਪਿਆ।
ਦਰਅਸਲ ਇੱਥੇ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਖਤੀਆਂ ਕੀਤੀਆਂ ਗਈਆਂ, ਜਿੱਥੇ ਇੰਡੋਰ ਡਾਈਨਿੰਗ ਨੂੰ ਬੰਦ ਕੀਤਾ ਗਿਆ। ਪਰ ਫਿਰ ਵੀ ਵੈਂਕੂਵਰ ਦੇ ਇਹ 2 ਅਜਿਹੇ ਰੈਸਟੋਰੈਂਟ ਸਨ ਜਿਨ੍ਹਾਂ ਵੱਲੋਂ ਇਹਨਾਂ ਕਰੋਨਾ ਵਾਇਰਸ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਗਈ ਅਤੇ ਆਪਣੇ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚੇ ਸਨ। ਇਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਅਤੇ ਦੋਨਾਂ ਰੈਸਟੋਰੈਂਟ ਦੇ ਲਾਇਸੈਂਸ ਨੂੰ ਸਸਪੈਂਡ ਜਾਣੀ ਕਿ ਰੱਦ ਕਰ ਦਿੱਤਾ ਗਿਆ। ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਰੈਸਟੋਰੈਂਟ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ। ਦਰਅਸਲ ਇਹਨਾਂ ਵੱਲੋਂ ਕਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਹਨਾਂ 2 ਰੈਸਟੋਰੈਂਟ ਦੇ ਉੱਪਰ ਕਾਰਵਾਈ ਕੀਤੀ ਗਈ ਹੈ। ਈਸਟਰ ਵੀਕਐਂਡ ਦੇ ਮੌਕੇ ਦੇ ਉੱਪਰ ਦੇਖਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਰੈਸਟੋਰੈਂਟ ਦੇ ਵਿੱਚ ਪਹੁੰਚੇ, ਜੋ ਕਿ ਇੱਥੇ ਲਾਗੂ ਕੀਤੇ ਗਏ ਕਰੋਨਾ ਵਾਇਰਸ ਦੇ ਨਿਯਮਾਂ ਤੋਂ ਉਲਟ ਸੀ। ਇਸ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕੋਡਰੋਏ ਅਤੇ ਗਸਟੋ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸਿਏ ਕਿ ਇਹ ਲਾਇਸੈਂਸ ਅਪ੍ਰੈਲ 20 ਤੱਕ ਰੱਦ ਕੀਤੇ ਗਏ ਹਨ। ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਵੈਂਕੂਵਰ ਕੋਸਟਲ ਦੇ ਵਿੱਚ ਵੀ ਇੰਡੋਰ ਡਾਈਨਿੰਗ ਬੰਦ ਕੀਤੀ ਗਈ ਸੀ, ਪਰ ਇਹਨਾਂ ਨਿਯਮਾਂ ਨੂੰ ਦੋਨਾਂ ਹੋਟਲਸ ਵੱਲੋਂ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਦੇ ਚੱਲਦਿਆਂ ਉਹਨਾਂ ਦੇ ਉੱਪਰ ਇੱਕ ਕਾਰਵਾਈ ਹੋਈ ਹੈ। ਮਾਰਚ 29 ਤੋਂ ਇੱਥੇ ਇੰਡੋਰ ਡਾਈਨਿੰਗ ਨੂੰ ਬੰਦ ਕੀਤਾ ਗਿਆ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਹੈਲਥ ਆਫੀਸ਼ੀਅਲਸ ਦੇ ਵੱਲੋਂ ਸਰਕਟ ਬ੍ਰੇਕਰ ਕੋਵਿਡ-19 ਨਿਯਮ ਲਗਾਏ ਗਏ ਨੇ। ਇੱਕ ਪਾਸੇ ਇੱਥੇ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਦੂਜੇ ਪਾਸੇ ਕੁਝ ਲੋਕ ਨੇ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਦੇ ਕਰਕੇ ਲਗਾਏ ਗਏ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੈਂਕੂਵਰ ਰੈਸਟੋਰੈਂਟ ਦੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਸਿਹਤ ਅਧਿਕਾਰੀ ਹੋਟਲ ਦੇ ਵਿੱਚ ਪਹੁੰਚਦੇ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਗ੍ਰਾਹਕ ਪਹੁੰਚੇ ਹੁੰਦੇ ਨੇ। ਇਸ ਮੌਕੇ ਦੇ ਉੱਪਰ ਜਿਹੜੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਵੱਲੋਂ ਗੈਟ ਆਊਟ ਦੇ ਨਾਅਰੇ ਲਗਾਏ ਜਾਂਦੇ ਨੇ। ਪਰ ਹੁਣ ਵੈਂਕੂਵਰ ਦੇ ਇਹਨਾਂ 2 ਰੈਸਟੋਰੈਂਟ ਨੂੰ ਨਿਯਮਾਂ ਨੂੰ ਸੂਲੀ ਦੇ ਉੱਪਰ ਟੰਗਣਾ ਮਹਿੰਗਾ ਪਿਆ, ਜਿਸ ਦੇ ਚੱਲਦਿਆਂ ਉਹਨਾਂ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਇਸ ਦੀ ਅਪਡੇਟ ਸਿਟੀ ਆਫ ਵੈਂਕੂਵਰ ਵੱਲੋਂ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ। ਬ੍ਰਿਟੇਨ ਵੱਲੋਂ ਕਈ ਦੇਸ਼ਾਂ ਨੂੰ ਰੈੱਡ ਲਿਸਟ ਦੇ ਵਿੱਚ ਪਾਇਆ ਜਾ ਰਿਹਾ, ਜਾਣੀ ਕਿ ਕਈ ਦੇਸ਼ਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ ਜਿਹੜੇ ਬ੍ਰਿਟੇਨ ਦੇ ਵਿੱਚ ਦਾਖਲ ਨਹੀਂ ਹੋ ਸਕਦੇ। 4 ਹੋਰ ਦੇਸ਼ਾਂ ਨੂੰ ਇਸ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੱਸ ਦਈਏ ਕਿ ਕਰੋਨਾ ਵਾਇਰਸ ਦਾ ਜੋ ਵੱਧਦਾ ਖਤਰਾ ਹੈ ਉਸ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ। ਕਿਹੜੇ 4 ਦੇਸ਼ ਨੇ, ਜਾਣੋ ਇਸ ਖਬਰ ਦੇ ਰਾਹੀਂ। ਬ੍ਰਿਟੇਨ ਵੱਲੋਂ 4 ਦੇਸ਼ਾਂ ਨੂੰ ਟਰੈਵਲ ਬੈਨ ਲਿਸਟ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਜੀ ਹਾਂ, 4 ਅਜਿਹੇ ਹੋਰ ਮੁਲਕ ਨੇ ਜਿਨ੍ਹਾਂ ਦੇ ਉੱਪਰ ਬ੍ਰਿਟੇਨ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਜਿਨ੍ਹਾਂ ਨੂੰ ਬੈਨ ਲਿਸਟ ਦੇ ਵਿੱਚ ਪਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲੀਪੀਨਸ ਦਾ ਨਾਮ ਸ਼ਾਮਲ ਹੈ। ਇਹ ਕਦਮ ਸਰਕਾਰ ਵੱਲੋਂ ਕਰੋਨਾ ਵੇਰੀਐਂਟ ਦੇ ਵਧਦੇ ਹੋਏ ਮਾਮਲੇ ਅਤੇ ਇਸ ਦੇ ਉੱਪਰ ਚਿੰਤਾ ਨੂੰ ਦੇਖਦਿਆਂ ਚੁੱਕਿਆ ਗਿਆ। ਡਿਪਾਰਟਮੈਂਟ ਆਫ ਟਰਾਂਸਪੋਰਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੰਗਲੈਂਡ ਦੇ ਵਿੱਚ ਇਸ ਦੀ ਸ਼ੁਰੂਆਤ ਅਪ੍ਰੈਲ 9 ਤੋਂ ਹੋਣ ਜਾ ਰਹੀ ਹੈ। ਬ੍ਰਿਟੇਨ ਅਤੇ ਆਇਰਿਸ਼ ਨੇਸ਼ਨਸ ਇਸ ਦੇ ਨਾਲ ਹੀ ਜਿਨ੍ਹਾਂ ਦੇ ਕੋਲ ਯੂਕੇ ਦੇ ਵਿੱਚ ਰਹਿਣ ਦੇ ਅਧਿਕਾਰ ਹਨ ਉਹੀ ਇੱਥੇ ਦਾਖਲ ਹੋ ਸਕਦੇ ਨੇ, ਪਰ ਉਸ ਦੇ ਵਾਸਤੇ ਵੀ ਉਹਨਾਂ ਨੂੰ 10 ਦਿਨਾਂ ਦੇ ਵਾਸਤੇ ਉਹਨਾਂ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ। ਦੱਸ ਦਈਏ ਕਿ ਇਹ 10 ਦਿਨਾਂ ਦਾ ਕੁਆਰੰਟਾਈਨ ਆਪਣੇ ਖਰਚੇ ਦੇ ਉੱਪਰ ਕੀਤਾ ਜਾਣਾ ਹੈ। ਇਹਨਾਂ 4 ਦੇਸ਼ਾਂ ਨੂੰ ਬੈਨ ਲਿਸਟ ਵਿੱਚ ਸ਼ਾਮਲ ਕਰਨ ਤੋਂ ਬਾਅਦ ਕੁੱਲ ਦੇਸ਼ਾਂ ਦੀ ਗਿਣਤੀ 39 ਹੋ ਗਈ ਹੈ ਜਿਨ੍ਹਾਂ ਨੂੰ ਇਸ ਰੈੱਡ ਲਿਸਟ ਦੇ ਵਿੱਚ ਪਾਇਆ ਗਿਆ। ਦੱਸ ਦਈਏ ਕਿ ਸਕਾਟਲੈਂਡ, ਵੇਲਜ਼ ਅਤੇ ਨਾਰਦਰਨ ਆਇਰਲੈਂਡ ਦੇ ਵਿੱਚ ਵੀ ਅਜਿਹਾ ਹੀ ਕਦਮ ਚੁੱਕਿਆ ਗਿਆ ਹੈ ਤਾਂ ਕਿ ਕਰੋਨਾ ਵਾਇਰਸ ਦੇ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲਿਆਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਇਸ ਖਬਰ ਦੇ ਵਿੱਚ ਗੱਲਬਾਤ ਕਰਾਂਗੇ ਕਿਬੈਕ ਦੇ ਸਟੂਡੈਂਟਸ ਦੀ। ਦਰਅਸਲ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕਿਬੈਕ ਦੇ ਵਿੱਚ ਮੌਂਟਰੀਅਲ ਦੇ 10 ਕਾਲਜਾਂ ਦੇ ਵਿੱਚ ਅਪਲਾਈ ਕੀਤਾ ਗਿਆ ਸੀ। 1 ਸਾਲ ਦਾ ਸਮਾਂ ਹੋ ਗਿਆ ਪਰ ਉਹਨਾਂ ਨੂੰ ਉਹਨਾਂ ਦੀਆਂ ਫਾਈਲਸ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹਨਾਂ 10 ਕਾਲਜਾਂ ਦੀ ਜੇਕਰ ਗੱਲ ਕਰੀਏ 30 ਦਸੰਬਰ 2020 ਨੂੰ MIFI ਵੱਲੋਂ ਸਸਪੈਂਸ਼ਨ ਲਗਾਈ ਗਈ ਸੀ ਅਤੇ ਕਿਹਾ ਗਿਆ ਸੀ ਇਹਨਾਂ ਕਾਲਜਾਂ ਦੇ ਵਿੱਚ ਇੰਟਰਨਲ ਇਨਵੈਸਟੀਗੇਸ਼ਨ ਜਾਣੀ ਕਿ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ 12 ਜਨਵਰੀ 2021 ਨੂੰ ਕੋਰਟ ਵੱਲੋਂ ਜੋ ਸਸਪੈਂਸ਼ਨ ਲਗਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ।
ਉਦੋਂ ਤੋਂ ਲੈ ਕੇ ਹੁਣ ਤੱਕ ਨਾ ਤੇ IRCC ਵੱਲੋਂ ਅਤੇ ਨਾ ਹੀ ਇਹਨਾਂ ਕਾਲਜਾਂ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਵੀ ਉਹਨਾਂ ਦੀ ਫਾਈਲਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਲਗਾਤਾਰ ਇਹ ਵਿਦਿਆਰਥੀ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ, ਕਿਉਂਕਿ ਇੱਕ ਲੰਬਾ ਸਮਾਂ ਹੋ ਗਿਆ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਵਿਦਿਆਰਥੀ ਸਾਫ਼ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਹੋਰ ਇਹਨਾਂ ਵੱਲੋਂ ਇੰਤਜ਼ਾਰ ਨਹੀਂ ਕੀਤਾ ਜਾ ਸਕੇਗਾ। ਕਿਊਬੈਕ ਦੇ 10 ਕਾਲਜਾਂ ਦੇ ਵਿੱਚ ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਜਵਾਬ ਮੰਗ ਰਹੇ ਨੇ ਕਿ ਉਹਨਾਂ ਦੀ ਫਾਈਲਾਂ ਦੇ ਉੱਪਰ ਕੰਮ ਕਿਉਂ ਨਹੀਂ ਹੋ ਰਿਹਾ। ਜੀ ਹਾਂ, ਉਹਨਾਂ ਵੱਲੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਫਾਈਲਾਂ ਪ੍ਰੋਸੈਸ ਕਿਉਂ ਨਹੀਂ ਹੋ ਰਹੀਆਂ। ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕਿਊਬੈਕ ਦੇ ਵਿੱਚ ਮੌਂਟਰੀਅਲ ਦੇ 10 ਕਾਲਜਾਂ ਦੇ ਵਿੱਚ ਅਪਲਾਈ ਕੀਤਾ ਗਿਆ ਸੀ, ਹੁਣ ਉਹਨਾਂ ਵੱਲੋਂ ਇਸ ਬਾਰੇ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਕਿਊਬੈਕ ਦੇ ਵਿੱਚ 10 ਕਾਲਜਾਂ ਦੇ ਨਾਲ ਸੰਬੰਧਿਤ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ IRCC ਵੱਲੋਂ ਉਹਨਾਂ ਦੀ ਫਾਈਲਸ ਨੂੰ ਪ੍ਰੋਸੈਸ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। 1 ਸਾਲ ਤੋਂ ਲੰਬਾ ਇੰਤਜ਼ਾਰ ਇਹਨਾਂ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਹੈ, ਪਰ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈ ਰਿਹਾ। ਨਾ ਹੀ IRCC ਅਤੇ ਨਾ ਹੀ ਕਾਲਜ ਇਸ ਮਾਮਲੇ ਦੇ ਉੱਪਰ ਸਹੀ ਜਵਾਬ ਦੇ ਰਹੇ ਹਨ। ਹੁਣ ਇਹਨਾਂ ਵਿਦਿਆਰਥੀਆਂ ਦੀ ਮੰਗ ਹੈ ਕਿ ਦੱਸਿਆ ਜਾਵੇ ਕਿ ਕਿਉਂ ਉਹਨਾਂ ਦੀਆਂ ਫਾਈਲਸ ਦੇ ਉੱਪਰ ਕੰਮ ਨਹੀਂ ਹੋ ਰਿਹਾ। ਦੱਸ ਦਈਏ ਕਿ ਮੀਫੀ ਵੱਲੋਂ 30 ਦਸੰਬਰ 2021 ਨੂੰ ਸਸਪੈਂਸ਼ਨ ਲਗਾਈ ਗਈ ਸੀ। ਇਹ ਸਸਪੈਂਸ਼ਨ ਕਿਊਬੈਕ ਦੇ 10 ਕਾਲਜਾਂ ਦੇ ਉੱਪਰ ਲਗਾਈ ਗਈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਕਿਊਬੈਕ ਦੇ ਇਹਨਾਂ 10 ਕਾਲਜਾਂ ਦੇ ਉੱਪਰ ਇੰਟਰਨਲ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਅਤੇ ਇਹ ਜਾਂਚ ਮਾਰਚ 31, 2021 ਤੱਕ ਚੱਲੇਗੀ। ਇਹ ਜਾਂਚ ਕਿਹੜੇ 10 ਕਾਲਜਾਂ ਦੇ ਉੱਪਰ ਕਰਨ ਬਾਰੇ ਕਿਹਾ ਗਿਆ, ਉਹਨਾਂ ਦੇ ਨਾਮ ਤੁਸੀਂ ਆਪਣੀ ਸਕਰੀਨ ਦੇ ਉੱਪਰ ਸਾਫ਼ ਤੌਰ ਦੇ ਉੱਪਰ ਦੇਖ ਸਕਦੇ ਹੋ, ਜਿਸ ਦੇ ਬਾਰੇ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਬਿਆਨ ਦਿੱਤਾ ਗਿਆ। ਇਸ ਤੋਂ ਬਾਅਦ ਜਨਵਰੀ 12, 2021 ਨੂੰ ਕੋਰਟ ਵੱਲੋਂ ਸਸਪੈਂਸ਼ਨ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ, ਜਾਣੀ ਕਿ ਜਿਨ੍ਹਾਂ 10 ਕਾਲਜਾਂ ਦੇ ਉੱਪਰ ਸਸਪੈਂਸ਼ਨ ਲਗਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਇਹ ਵਿਦਿਆਰਥੀ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਜਵਾਬ ਦਿੱਤਾ ਜਾਵੇ। ਇਹਨਾਂ ਵਿਦਿਆਰਥੀਆਂ ਵੱਲੋਂ ਇਹ ਦੁਹਾਈ ਦਿੱਤੀ ਜਾ ਰਹੀ ਹੈ ਕਿ 3 ਮਹੀਨੇ ਹੋ ਗਏ, ਸਾਨੂੰ ਅਜੇ ਤੱਕ ਸਾਡੀਆਂ ਫਾਈਲਸ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੂੰ ਕੋਈ ਵੀ ਫਾਈਨਲ ਡਿਸੀਜਨ ਨਹੀਂ ਦੱਸਿਆ ਜਾ ਰਿਹਾ। ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਮੀਦ ਸੀ ਕਿ 31 ਮਾਰਚ 2021 ਤੋਂ ਬਾਅਦ IRCC ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਜਾਵੇਗਾ, ਪਰ ਅਫਸੋਸ ਅਜਿਹਾ ਨਹੀਂ ਹੋਇਆ। ਇਹ ਵਿਦਿਆਰਥੀ ਹੁਣ ਕਹਿ ਰਹੇ ਨੇ ਕਿ ਸਾਨੂੰ ਜਵਾਬ ਦਿੱਤਾ ਜਾਵੇ। ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਕਰੋਨਾ ਵਾਇਰਸ ਦੇ ਹਾਲਾਤ ਥੋੜੇ ਵੱਖ ਨੇ। ਸਮਾਂ ਫਾਈਲਸ ਨੂੰ ਪ੍ਰੋਸੈਸ ਕਰਨ ਦੇ ਵਿੱਚ ਜ਼ਿਆਦਾ ਲੱਗ ਰਿਹਾ ਹੈ, ਪਰ ਇੱਕ ਲੰਬਾ ਸਮਾਂ ਹੋ ਗਿਆ ਸਾਨੂੰ ਇੰਤਜ਼ਾਰ ਕਰਦਿਆਂ। ਇਸ ਕਰਕੇ ਸਾਡੇ ਦਿਮਾਗ ਦੇ ਉੱਪਰ ਬੋਝ ਪੈ ਰਿਹਾ ਹੈ, ਸਾਡੇ ਵਿੱਚ ਡਿਪਰੈਸ਼ਨ ਆ ਰਿਹਾ ਹੈ ਤੇ ਸਾਨੂੰ ਐਂਜ਼ਾਈਟੀ ਵੀ ਹੋ ਰਹੀ ਹੈ। ਕਿਊਬੈਕ ਦੇ ਕਾਲਜਾਂ ਦੇ ਵਿੱਚ ਅਪਲਾਈ ਕਰਨ ਵਾਲੀ ਵਿਦਿਆਰਥੀਆਂ ਦੀਆਂ ਅੱਖਾਂ ਦੇ ਵਿੱਚ ਕਈ ਸੁਪਨੇ ਹਨ। ਅੱਖਾਂ ਦੇ ਵਿੱਚ ਸੁਪਨੇ ਸੰਜੋਈ ਬੈਠੇ ਵਿਦਿਆਰਥੀ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਨੂੰ ਨਿਰਾਸ਼ ਨਹੀਂ ਕਰੇਗੀ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਉਹਨਾਂ ਦੀ ਫਾਈਲਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ, ਕਿਉਂਕਿ ਇਹਨਾਂ ਵਿਦਿਆਰਥੀਆਂ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਹੋਵੇਗਾ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ-ਨਾਲ ਕਰੋਨਾ ਵੇਰੀਐਂਟ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਸਿਹਤ ਮਾਹਿਰ ਇਸ ਦੇ ਵਾਸਤੇ ਲਗਾਤਾਰ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ। ਉਧਰ ਜੇਕਰ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਫ਼ਤੇ ਕੈਨੇਡਾ ਨੂੰ 2 ਮਿਲੀਅਨ ਤੋਂ ਵੱਧ ਕਰੋਨਾ ਡੋਜ਼ਸ ਮਿਲਣਗੀਆਂ। ਇਸ ਦੇ ਵਿੱਚ ਐਸਟ੍ਰਾਜੈਨੇਕਾ ਦਾ ਪਹਿਲਾ ਬੈਚ ਵੀ ਸ਼ਾਮਲ ਹੋਵੇਗਾ। ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ-19 ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਉਧਰ ਕਰੋਨਾ ਵੇਰੀਐਂਟ ਦੇ ਮਾਮਲਿਆਂ ਦੇ ਵਧਦੇ ਫੈਲਾਅ ਨੂੰ ਦੇਖਦਿਆਂ ਸਿਹਤ ਮਾਹਿਰਾਂ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਰ ਇਸੇ ਦੇ ਵਿੱਚ ਜੇਕਰ ਅਸੀਂ ਕੋਵਿਡ-19 ਵੈਕਸੀਨ ਦੀ ਅਪਡੇਟ ਬਾਰੇ ਗੱਲ ਕਰੀਏ ਤਾਂ ਇਸ ਹਫ਼ਤੇ ਕੈਨੇਡਾ ਨੂੰ 2 ਮਿਲੀਅਨ ਡੋਜ਼ਸ ਪਹੁੰਚਣਗੀਆਂ। ਇਸ ਦੇ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਬੈਚ ਵੀ ਸ਼ਾਮਲ ਹੈ, ਜਾਣੀ ਕਿ ਕੈਨੇਡਾ ਨੂੰ 3,16,800 ਐਸਟ੍ਰਾਜੈਨੇਕਾ ਵੈਕਸੀਨ ਪਹੁੰਚਣਗੀਆਂ। ਦੱਸ ਦਈਏ ਕਿ ਕੈਨੇਡਾ ਵੱਲੋਂ ਕੋਵਾਵੈਕਸ ਲਈ $440 ਮਿਲੀਅਨ ਕੰਟਰੀਬਿਊਟ ਕੀਤੇ ਗਏ ਨੇ। ਇਸ ਵੈਕਸੀਨ ਦੀਆਂ 15 ਮਿਲੀਅਨ ਡੋਜ਼ਸ ਕੈਨੇਡਾ ਵੱਲੋਂ ਸਿਕਿਉਰ ਕੀਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਬਾਕੀ ਗਰੀਬ ਦੇਸ਼ਾਂ ਦੇ ਲਈ ਵੀ ਰੱਖੀਆਂ ਜਾਣਗੀਆਂ। ਇਸ ਦੇ ਨਾਲ ਹੀ ਕੈਨੇਡਾ ਨੂੰ 1,19,070 ਫਾਈਜ਼ਰ ਵੈਕਸੀਨ ਰਿਸੀਵ ਹੋਣਗੀਆਂ, ਜਾਣੀ ਕਿ ਪਹੁੰਚਣਗੀਆਂ ਤੇ ਮੋਡਰਨਾ ਵੈਕਸੀਨ ਦੀ ਜੇਕਰ ਗੱਲ ਕਰੀਏ ਤਾਂ ਅਗਲੇ 7 ਦਿਨਾਂ ਤੱਕ 8,55,600 ਡੋਜ਼ਸ ਮਿਲਣਗੀਆਂ।
ਇਸ ਸਾਰੀ ਵੈਕਸੀਨ ਨੂੰ ਕੁੱਲ ਮਿਲਾ ਕੇ ਕੈਨੇਡਾ ਨੂੰ 2.2 ਮਿਲੀਅਨ ਡੋਜ਼ਸ ਪਹੁੰਚਣਗੀਆਂ। ਪਹਿਲੇ ਕੁਆਰਟਰ ਦੇ ਆਖਿਰ ਤੱਕ ਕੈਨੇਡਾ ਦੇ ਕੋਲ 9.5 ਮਿਲੀਅਨ ਡੋਜ਼ਸ ਹੋਣਗੀਆਂ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੂਸਰੇ ਕੁਆਰਟਰ ਦੇ ਦੌਰਾਨ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀਆਂ 1 ਮਿਲੀਅਨ ਡੋਜ਼ਸ ਮਿਲਣਗੀਆਂ, ਜੋ ਕਿ ਹਰ ਹਫ਼ਤੇ ਪਹੁੰਚਣਗੀਆਂ। ਇਹ ਸਿਲਸਿਲਾ ਮਈ ਆਖਿਰ ਤੱਕ ਚੱਲਦਾ ਰਹੇਗਾ। ਇਸ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਅਜਿਹਾ ਹੋਵੇਗਾ ਕਿ ਹਰ ਹਫ਼ਤੇ ਇਸ ਫਾਰਮਾਸਿਊਟੀਕਲ ਕੰਪਨੀ ਵੱਲੋਂ ਕੈਨੇਡਾ ਨੂੰ 2 ਮਿਲੀਅਨ ਡੋਜ਼ਸ ਪਹੁੰਚਾਈਆਂ ਜਾਣਗੀਆਂ। ਇਸ ਦੇ ਨਾਲ ਹੀ ਕੈਨੇਡਾ ਡੇ ਤੱਕ ਕੈਨੇਡਾ ਨੂੰ ਫਾਈਜ਼ਰ, ਮੋਡਰਨਾ ਤੇ ਐਸਟ੍ਰਾਜੈਨੇਕਾ ਦੀਆਂ 44 ਮਿਲੀਅਨ ਡੋਜ਼ਸ ਮਿਲਣਗੀਆਂ। ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਜਿਹੜੇ ਵੀ ਕੈਨੇਡੀਅਨਸ ਕੋਰੋਨਾ ਵੈਕਸੀਨ ਲਗਵਾਉਣੀ ਚਾਹੁੰਦੇ ਨੇ ਉਹ ਸਤੰਬਰ ਆਖਿਰ ਤੱਕ ਲਗਵਾ ਸਕਣਗੇ, ਜਾਣੀ ਕਿ ਉਹਨਾਂ ਵੱਲੋਂ ਇਹ ਟੀਚਾ ਰੱਖਿਆ ਗਿਆ ਹੈ। 1 ਮਿਲੀਅਨ ਤੋਂ ਪਾਰ ਹੋਇਆ ਕਰੋਨਾ ਅੰਕੜਾ, ਜਾਣੋ ਕੈਨੇਡਾ ਦੀ ਕਰੋਨਾ ਵਾਇਰਸ ਅਪਡੇਟ। BC ਕਰੋਨਾ ਟੀਕੇ ਦੇ ਲਈ ਆਨਲਾਈਨ ਬੁਕਿੰਗ ਦੀ ਸ਼ੁਰੂਆਤ, 3 ਚੀਜ਼ਾਂ ਪੂਰੀਆਂ ਕਰ ਲਗਵਾ ਸਕੋਗੇ ਟੀਕਾ। ਕੈਨੇਡਾ ਦੇ ਵਿੱਚ ਇੱਕ ਹੋਰ ਮਹਾ ਪੰਚਾਇਤ, ਵੈਸਟ ਵੈਂਕੂਵਰ ਦੇ ਵਿੱਚ ਲੋਕਾਂ ਦਾ ਇਕੱਠ। ਮੈਟਰੋ ਵੈਂਕੂਵਰ ਦੇ ਵਿੱਚ ਟੀਕਾ ਲਗਵਾਉਣ ਵਾਲਿਆਂ ਦੇ ਲਈ ਵੱਡੀ ਪਹਿਲ, ਮੁਫਤ 10 ਬੱਸਾਂ ਦੀ ਕੀਤੀ ਸ਼ੁਰੂਆਤ। ਅਮਰੀਕਾ ਦੇ ਵਿੱਚ ਫਿਰ ਗੋਲੀਬਾਰੀ, ਓਕਲਾਹੋਮਾ ਤੋਂ ਆਇਆ ਮਾਮਲਾ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।